ਮੇਰੀ ਪਤਨੀ ਨੇ ਕਿਹਾ ਕਿ ਤੁਸੀਂ ਆਪਣੇ ਬਾਪ ਨੂੰ ਘਰੋਂ ਕੱਢ ਦਿਓ, ਕਿਉਂਕਿ ਜਦੋਂ ਤੁਸੀਂ ਘਰ ਨਹੀਂ ਹੁੰਦੇ ਤਾਂ ਤੁਹਾਡਾ ਬਾਪ ਮੇਰੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰਦਾ ਹੈ। ਮੈਨੂੰ ਮੇਰੀ ਪਤਨੀ ਦੀਆਂ ਗੱਲਾਂ 'ਤੇ ਯਕੀਨ ਨਹੀਂ ਆਇਆ। ਮੈਂ ਘਰ ਦੇ ਚਾਰੇ ਪਾਸੇ ਕੈਮਰੇ ਲਗਵਾ ਦਿੱਤੇ। ਫਿਰ ਵੀਡੀਓ ਵਿੱਚ ਜੋ ਮੰਜ਼ਰ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਤਾਂ ਮੇਰੇ ਹੋਸ਼ ਉੱਡ ਗਏ, ਕਿਉਂਕਿ ਮੇਰਾ ਬਾਪ ਮੇਰੀ ਪਤਨੀ ਦੇ ਨਾਲ, ਮੇਰਾ ਨਾਮ ਵਿਵੇਕ ਹੈ, ਮੇਰਾ ਅਤੇ ਨੈਣਾ ਦੇ ਵਿਆਹ ਨੂੰ 6 ਮਹੀਨੇ ਗੁਜ਼ਰ ਗਏ ਸੀ। ਪਰ ਉਹ 6 ਮਹੀਨਿਆਂ ਵਿੱਚ ਮੇਰੀ ਜ਼ਿੰਦਗੀ ਵਿੱਚ ਬਹੁਤ ਕੁਝ ਬਦਲ ਗਿਆ ਸੀ। ਮੇਰੀ ਮਾਂ ਦੁਨੀਆ ਤੋਂ ਬਹੁਤ ਪਹਿਲਾਂ ਹੀ ਜਾ ਚੁੱਕੀ ਸੀ। ਮੇਰੇ ਬਾਪ ਨੇ ਹੀ ਮੈਨੂੰ ਪਾਲ ਪੋਸ ਕੇ ਵੱਡਾ ਕੀਤਾ ਸੀ। ਮੇਰੇ ਪਿਤਾ ਨੇ ਮੇਰੀ ਪੜ੍ਹਾਈ ਅਤੇ ਪਰਵਰਿਸ਼ ਵਿੱਚ ਕੋਈ ਕਮੀ ਨਹੀਂ ਛੱਡੀ ਸੀ। ਉਹਨਾਂ ਨੇ ਮੈਨੂੰ ਮਾਂ ਅਤੇ ਬਾਪ ਦੋਹਾਂ ਦਾ ਪਿਆਰ ਦਿੱਤਾ ਸੀ। ਪਰ ਮੈਨੂੰ ਕੀ ਪਤਾ ਸੀ ਕਿ ਜਿਸ ਬਾਪ ਨੂੰ ਮੈਂ ਆਪਣਾ ਹੀਰੋ ਸਮਝਦਾ ਸੀ, ਮੇਰਾ ਉਹੀ ਬਾਪ ਮੇਰੀ ਜ਼ਿੰਦਗੀ ਵਿੱਚ ਇੱਕ ਵਿਲਨ ਸਾਬਤ ਹੋਵੇਗਾ। ਮੈਨੂੰ ਇਹ ਗੱਲ ਉਦੋਂ ਸਮਝ ਆਈ ਜਦੋਂ ਮੇਰੀ ਜ਼ਿੰਦਗੀ ਵਿੱਚ ਮੇਰੀ ਪਤਨੀ ਨੈਣਾ ਆਈ। ਮੈਂ ਅਤੇ ਨੈਣਾ ਇੱਕ ਹੀ ਕਾਲਜ ਵਿੱਚ ਪੜ੍ਹਦੇ ਸੀ। ਅਸੀਂ ਦੋਹਾਂ ਨੇ 4 ਸਾਲ ਤੱਕ ਇੱਕ ਹੀ ਕਾਲਜ ਵਿੱਚ ਪੜ੍ਹਾਈ ਕੀਤੀ। ਇਹਨਾਂ 4 ਸਾਲਾਂ ਵਿੱਚ ਅਸੀਂ ਦੋਨੋਂ ਇੱਕ ਦੂਜੇ ਦੇ ਬਹੁਤ ਕਰੀਬ ਆ ਗਏ ਸੀ। ਪੜ੍ਹਾਈ ਪੂਰੀ ਹੁੰਦੇ ਹੀ ਮੈਂ ਫੈਸਲਾ ਕੀਤਾ ਕਿ ਮੈਂ ਨੌਕਰੀ ਮਿਲਦੇ ਹੀ ਨੈਣਾ ਨਾਲ ਵਿਆਹ ਕਰ ਲਵਾਂਗਾ, ਅਤੇ ਇਹ ਗੱਲ ਮੈਂ ਆਪਣੇ ਪਾਪਾ ਨੂੰ ਵੀ ਦੱਸ ਦਿੱਤੀ। ਮੇਰੇ ਪਾਪਾ ਵੀ ਬਹੁਤ ਖੁਸ਼ ਸੀ। ਮੇਰੇ ਪਾਪਾ ਨੇ ਹਰ ਮੋੜ 'ਤੇ ਮੇਰਾ ਸਾਥ ਦਿੱਤਾ ਸੀ। ਉਹਨਾਂ ਨੇ ਆਪਣੇ ਕਿਸੇ ਦੋਸਤ ਨਾਲ ਗੱਲ ਕਰਕੇ ਮੇਰੀ ਇੱਕ ਵਧੀਆ ਕੰਪਨੀ ਵਿੱਚ ਨੌਕਰੀ ਲਗਵਾ ਦਿੱਤੀ ਸੀ। ਨੌਕਰੀ ਲੱਗਦੇ ਹੀ ਮੈਂ ਉਹਨਾਂ ਨੂੰ ਕਿਹਾ ਕਿ ਮੇਰਾ ਰਿਸ਼ਤਾ ਨੈਣਾ ਦੇ ਘਰ ਲੈ ਕੇ ਜਾਓ। ਮੇਰੀ ਗੱਲ ਸੁਣਦੇ ਹੀ ਮੇਰੇ ਪਾਪਾ ਨੇ ਕਿਹਾ, ਮੈਂ ਪਹਿਲਾਂ ਉਸ ਲੜਕੀ ਨੂੰ ਮਿਲਣਾ ਚਾਹੁੰਦਾ ਹਾਂ, ਤੂੰ ਉਸ ਨੂੰ ਪਹਿਲਾਂ ਆਪਣੇ ਘਰ ਬੁਲਾ ਲੈ, ਉਸ ਦੇ ਬਾਅਦ ਹੀ ਮੈਂ ਕੋਈ ਫੈਸਲਾ ਕਰਾਂਗਾ। ਪਾਪਾ ਦੀ ਗੱਲ ਸੁਣ ਕੇ ਮੈਂ ਹੈਰਾਨ ਸੀ ਕਿ ਜਦੋਂ ਮੈਨੂੰ ਨੈਣਾ ਪਸੰਦ ਹੈ ਤਾਂ ਪਾਪਾ ਕਿਉਂ ਮਿਲਣਾ ਚਾਹੁੰਦੇ ਹਨ। ਖੈਰ, ਮੈਂ ਇਹ ਸਭ ਗੱਲਾਂ ਦਾ ਜ਼ਰਾ ਧਿਆਨ ਨਾ ਦਿੱਤਾ ਅਤੇ ਅਗਲੇ ਹੀ ਦਿਨ ਮੈਂ ਨੈਣਾ ਨੂੰ ਆਪਣੇ ਘਰ ਲੈ ਆਇਆ। ਸਾਡੇ ਘਰ ਕੋਈ ਔਰਤ ਤਾਂ ਹੈ ਨਹੀਂ ਸੀ, ਇਸ ਲਈ ਪਾਪਾ ਨੇ ਕਿਹਾ, ਨੈਣਾ ਦੇ ਲਈ ਚਾਹ ਨਾਸ਼ਤੇ ਦਾ ਇੰਤਜ਼ਾਮ ਕਰੋ। ਪਾਪਾ ਇਹ ਮੈਨੂੰ ਕਹਿ ਕੇ ਖੁਦ ਨੈਣਾ ਨਾਲ ਗੱਲਾਂ ਕਰਨ ਲੱਗੇ। ਕਾਫੀ ਦੇਰ ਬਾਅਦ ਜਦੋਂ ਮੈਂ ਪਾਪਾ ਦੇ ਕਮਰੇ ਵਿੱਚ ਗਿਆ ਤਾਂ ਮੈਂ ਦੇਖਿਆ ਕਿ ਨੈਣਾ ਦੇ ਚਿਹਰੇ ਦਾ ਰੰਗ ਬਦਲਿਆ ਹੋਇਆ ਸੀ। ਖੈਰ, ਉਹ ਚੁੱਪ ਕਰਕੇ ਸਿਰ ਝੁਕਾ ਕੇ ਬੈਠੀ ਸੀ। ਪਾਪਾ ਮੈਨੂੰ ਦੇਖ ਕੇ ਮੁਸਕਰਾ ਕੇ ਬੋਲੇ ਕਿ ਮੈਨੂੰ ਨੈਣਾ ਬਹੁਤ ਪਸੰਦ ਹੈ। ਕੱਲ੍ਹ ਹੀ ਆਪਾਂ ਨੈਣਾ ਦੇ ਘਰ ਜਾ ਕੇ ਇਸ ਦਾ ਹੱਥ ਮੰਗਾਂਗੇ। ਪਾਪਾ ਦੀ ਗੱਲ ਸੁਣ ਕੇ ਮੈਂ ਬਹੁਤ ਖੁਸ਼ ਹੋਇਆ ਤੇ ਨੈਣਾ ਦੇ ਚਿਹਰੇ ਦੀ ਬਦਲੀ ਹੋਈ ਰੰਗਤ 'ਤੇ ਮੈਂ ਧਿਆਨ ਨਾ ਦੇ ਸਕਿਆ। ਕਾਫੀ ਦੇਰ ਗੱਲਾਂ ਕਰਨ ਤੋਂ ਬਾਅਦ ਜਦੋਂ ਮੈਂ ਨੈਣਾ ਨੂੰ ਲੈ ਕੇ ਉਸ ਦੇ ਘਰ ਦੇ ਵੱਲ ਜਾਣ ਲੱਗਿਆ ਤਾਂ ਰਸਤੇ ਵਿੱਚ ਉਹ ਗੱਲਾਂ ਵਿੱਚ ਪੁੱਛਣ ਲੱਗੀ ਕਿ ਤੇਰੇ ਪਾਪਾ ਵੀ ਆਪਣੇ ਨਾਲ ਹੀ ਰਹਿਣਗੇ। ਉਸ ਦੀ ਗੱਲ ਸੁਣ ਕੇ ਮੈਨੂੰ ਬੜਾ ਹੀ ਅਜੀਬ ਜਿਹਾ ਲੱਗਿਆ। ਮੈਂ ਕਿਹਾ, ਤੂੰ ਜਿਹੀਆਂ ਗੱਲਾਂ ਕਿਉਂ ਕਰ ਰਹੀ ਹੈ? ਪਾਪਾ ਮੇਰੇ ਨਾਲ ਨਹੀਂ ਰਹਿਣਗੇ ਤਾਂ ਕਿੱਥੇ ਰਹਿਣਗੇ? ਪਾਪਾ ਨੇ ਮੈਨੂੰ ਪਾਲ ਪੋਸ਼ ਕੇ ਆਪਣੀ ਪੂਰੀ ਜ਼ਿੰਦਗੀ ਲਗਾ ਦਿੱਤੀ, ਇੱਥੋਂ ਤੱਕ ਕਿ ਉਸਨੇ ਦੂਜਾ ਵਿਆਹ ਨਹੀਂ ਕੀਤਾ। ਮੈਂ ਉਸ ਨੂੰ ਕਿਵੇਂ ਛੱਡ ਸਕਦਾ ਹਾਂ? ਮੇਰੀ ਗੱਲ ਸੁਣ ਕੇ ਨੈਣਾ ਦੇ ਅੱਗੋਂ ਕੋਈ ਸਵਾਲ ਨਾ ਕੀਤਾ ਅਤੇ ਆਪਣਾ ਚਿਹਰਾ ਗੱਡੀ ਦੀ ਖਿੜਕੀ ਦੇ ਦੂਜੇ ਪਾਸੇ ਮੋੜ ਲਿਆ। ਕੁਝ ਦੇਰ ਬਾਅਦ ਉਹ ਗੱਡੀ ਜਦੋਂ ਉਸਦੇ ਦਰਵਾਜ਼ੇ 'ਤੇ ਰੁਕੀ ਤਾਂ ਮੈਂ ਉਸ ਨੂੰ ਪੁੱਛਿਆ ਕਿ ਤੇਰੀ ਪਾਪਾ ਨਾਲ ਕੋਈ ਹੋਰ ਗੱਲ ਹੋਈ ਹੈ? ਤਾਂ ਉਸਨੇ ਨਾ ਵਿੱਚ ਸਿਰ ਹਿਲਾ ਦਿੱਤਾ ਅਤੇ ਆਪਣੇ ਘਰ ਦੇ ਅੰਦਰ ਚਲੀ ਗਈ। ਵੈਸੇ ਮੈਂ ਇਹ ਖੁਸ਼ੀ ਦੇ ਪਲਾਂ ਨੂੰ ਫਾਲਤੂ ਦੀਆਂ ਸੋਚਾਂ ਵਿੱਚ ਜ਼ਾਇਆ ਨਹੀਂ ਕਰਨਾ ਚਾਹੁੰਦਾ ਸੀ। ਅਗਲੇ ਦਿਨ ਮੇਰੇ ਪਾਪਾ ਨੈਣਾ ਦਾ ਹੱਥ ਮੰਗਣ ਉਸਦੇ ਘਰ ਪਹੁੰਚ ਗਏ। ਨੈਣਾ ਦੇ ਘਰ ਵਾਲਿਆਂ ਨੂੰ ਵੀ ਮੇਰੇ ਅਤੇ ਨੈਣਾ ਦੇ ਰਿਸ਼ਤੇ ਦੇ ਬਾਰੇ ਪਤਾ ਸੀ, ਇਸ ਲਈ ਉਹਨਾਂ ਨੂੰ ਵੀ ਕੋਈ ਇਸ ਰਿਸ਼ਤੇ ਤੋਂ ਇਤਰਾਜ਼ ਨਹੀਂ ਹੋਇਆ। ਕੁਝ ਦਿਨਾਂ ਬਾਅਦ ਮੇਰਾ ਅਤੇ ਨੈਣਾ ਦਾ ਵਿਆਹ ਬੜੇ ਹੀ ਧੂਮਧਾਮ ਨਾਲ ਹੋ ਗਿਆ। ਨੈਣਾ ਨਾਲ ਸਾਡੇ ਘਰ ਵਿੱਚ ਰੌਣਕ ਵੱਧ ਗਈ।
ਹੁਣ ਤੱਕ ਤਾਂ ਮੈਂ ਤੇ ਮੇਰੇ ਪਾਪਾ ਇਕੱਲੇ ਰਹਿੰਦੇ ਸੀ, ਪਰ ਉਸ ਦੇ ਆਉਣ ਨਾਲ ਸਭ ਕੁਝ ਬਦਲ ਗਿਆ ਸੀ, ਕਿਉਂਕਿ ਪਾਪਾ ਹੁਣ ਰਿਟਾਇਰ ਹੋ ਗਏ ਸਨ ਅਤੇ ਇਸ ਘਰ ਦੀ ਚਾਰ ਦੀਵਾਰੀ ਵਿੱਚ ਇਕੱਲੇ ਸੀ। ਲੇਕਿਨ ਮੈਨੂੰ ਕੀ ਪਤਾ ਸੀ ਕਿ ਪਾਪਾ ਕਿਹੜੇ ਇਕੱਲੇਪਣ ਨੂੰ ਦੂਰ ਕਰਨ ਦੀ ਗੱਲ ਕਰ ਰਹੇ ਸੀ। ਮੈਂ ਆਪਣੇ ਵਿਆਹ ਦੀ ਸ਼ੁਰੂਆਤੀ ਦਿਨਾਂ ਵਿੱਚ ਬਹੁਤ ਹੀ ਖੂਬਸੂਰਤ ਦਿਨ ਗੁਜ਼ਾਰ ਰਿਹਾ ਸੀ। ਮੈਂ ਕੰਪਨੀ ਤੋਂ 15 ਦਿਨ ਦੀ ਛੁੱਟੀ ਲਈ ਸੀ। ਇਸ 15 ਦਿਨਾਂ ਦੀ ਛੁੱਟੀ ਤੋਂ ਬਾਅਦ ਮੈਂ ਨੌਕਰੀ 'ਤੇ ਜਾਣਾ ਸ਼ੁਰੂ ਹੋ ਗਿਆ ਅਤੇ ਨੈਣਾ ਘਰ ਸੰਭਾਲਣ ਲੱਗੀ। ਨੈਣਾ ਬਹੁਤ ਵਧੀਆ ਪਤਨੀ ਸਾਬਿਤ ਹੋਈ। ਉਸ ਦੇ ਆਉਣ ਨਾਲ ਮੇਰੀ ਜ਼ਿੰਦਗੀ ਦੀ ਹਰ ਕਮੀ ਪੂਰੀ ਹੋ ਗਈ। ਪਾਪਾ ਵੀ ਉਸ ਦੀ ਬਹੁਤ ਤਾਰੀਫ ਕਰਿਆ ਕਰਦੇ ਸੀ, ਪਰ ਵਿਆਹ ਨੂੰ 2 ਮਹੀਨੇ ਹੀ ਗੁਜ਼ਰੇ ਸੀ ਕਿ ਨੈਣਾ ਦਾ ਰਵੱਈਆ ਕੁਝ ਅਜੀਬ ਜਿਹਾ ਹੋ ਗਿਆ। ਉਹ ਪਹਿਲਾਂ ਨਾਲੋਂ ਮੇਰੇ ਨਾਲ ਹੁਣ ਘੱਟ ਗੱਲ ਕਰਦੀ, ਹਰ ਵਕਤ ਗੁੰਮਸਮ ਨਜ਼ਰ ਆਉਂਦੀ। ਕੁਝ ਪੁੱਛਦਾ ਤਾਂ ਚੰਗੀ ਤਰ੍ਹਾਂ ਜਵਾਬ ਨਾ ਦਿੰਦੀ। ਉਸ ਦੇ ਉੱਠਣ ਬੈਠਣ ਦਾ ਅੰਦਾਜ਼ ਵੀ ਬਦਲ ਗਿਆ। ਵਿਆਹ ਤੋਂ ਪਹਿਲਾਂ ਉਹ ਬਹੁਤ ਜ਼ਿਆਦਾ ਮਾਡਰਨ ਸੀ, ਪਰ ਸਾਡੇ ਘਰੇ ਆ ਕੇ ਉਸਨੇ ਆਪਣਾ ਹੁਲੀਆ ਬਦਲ ਲਿਆ ਸੀ। ਉਸ ਦੇ ਇਸ ਅੰਦਾਜ਼ ਤੋਂ ਮੈਨੂੰ ਬਹੁਤ ਖੁਸ਼ੀ ਹੋਈ ਸੀ ਤੇ ਉਹ ਇੱਕ ਵਧੀਆ ਪਤਨੀ ਅਤੇ ਵਧੀਆ ਬਹੂ ਦਾ ਫਰਜ਼ ਨਿਭਾ ਰਹੀ ਸੀ। ਲੇਕਿਨ ਪਾਪਾ ਦੇ ਅੱਗੇ ਉਸ ਨੂੰ ਡਰਦੇ ਅਤੇ ਘਬਰਾਉਂਦੇ ਦੇਖਿਆ ਸੀ। ਉਹ ਬਾਰ-ਬਾਰ ਆਪਣੇ ਸੂਟ ਅਤੇ ਦੁਪੱਟੇ ਨੂੰ ਠੀਕ ਕਰਦੀ। ਕਦੇ-ਕਦੇ ਤਾਂ ਉਹ ਪਾਪਾ ਦੇ ਸਾਹਮਣੇ ਆਉਣਾ ਵੀ ਪਸੰਦ ਨਹੀਂ ਕਰਦੀ ਸੀ। ਮੈਨੂੰ ਅਜਿਹਾ ਲੱਗ ਰਿਹਾ ਸੀ ਜਿਵੇਂ ਉਸ ਨੂੰ ਕੋਈ ਪਰੇਸ਼ਾਨੀ ਹੋਵੇ, ਪਰ ਉਸ ਦੇ ਖੁੱਲ੍ਹ ਕੇ ਕਦੇ ਵੀ ਕਿਸੇ ਪਰੇਸ਼ਾਨੀ ਦਾ ਇਜ਼ਹਾਰ ਨਹੀਂ ਕੀਤਾ ਸੀ। ਨਾ ਹੀ ਪਾਪਾ ਨੇ ਮੈਨੂੰ ਕਦੇ ਨੈਣਾ ਦੀ ਕੋਈ ਸ਼ਿਕਾਇਤ ਕੀਤੀ ਸੀ। ਉਹ ਤਾਂ ਹਰ ਵਕਤ ਨੈਣਾ ਦੇ ਗੁਣ ਗਾਉਂਦੇ ਰਹਿੰਦੇ ਸੀ, ਪਰ ਕੁਝ ਅਜਿਹਾ ਸੀ ਜੋ ਗਲਤ ਹੋ ਰਿਹਾ ਸੀ ਤੇ ਮੈਨੂੰ ਸਮਝ ਨਹੀਂ ਆ ਰਿਹਾ ਸੀ। ਜਦੋਂ ਵੀ ਮੈਂ ਨੈਣਾ ਨੂੰ ਇਸ ਬਾਰੇ ਵਿੱਚ ਪੁੱਛਦਾ ਤਾਂ ਉਹ ਗੱਲ ਟਾਲ ਜਾਂਦੀ। ਜਿਸ ਦਿਨ ਪਾਪਾ ਦੇ ਦੋਸਤ ਪਾਪਾ ਨੂੰ ਮਿਲਣ ਲਈ ਆਉਂਦੇ ਤਾਂ ਉਸ ਦਿਨ ਨੈਣਾ ਦਾ ਚਿਹਰਾ ਉਤਰਿਆ ਹੋਇਆ ਰਹਿੰਦਾ ਸੀ। ਉਸ ਦੇ ਇਸ ਰਵੱਈਏ ਤੋਂ ਹੁਣ ਮੈਂ ਥੱਕ ਚੁੱਕਿਆ ਸੀ। ਇੱਕ ਦਿਨ ਮੈਂ ਉਸ ਨੂੰ ਝੰਜੋੜ ਕੇ ਪੁੱਛਿਆ ਕਿ ਦੱਸ ਮੈਨੂੰ, ਤੂੰ ਹਰ ਵਕਤ ਬੇਚੈਨ ਅਤੇ ਪਰੇਸ਼ਾਨ ਕਿਉਂ ਰਹਿੰਦੀ ਹੋ? ਮੈਂ ਤੇਰਾ ਪਤੀ ਹਾਂ, ਤੂੰ ਮੈਨੂੰ ਆਪਣੇ ਦਿਲ ਦੀ ਹਰ ਗੱਲ ਸ਼ੇਅਰ ਕਰ ਸਕਦੀ ਆਂ। ਮੇਰੀ ਗੱਲ ਸੁਣ ਕੇ ਨੈਣਾ ਉੱਚੀ-ਉੱਚੀ ਰੋਣ ਲੱਗੀ। ਮੈਂ ਉਸ ਨੂੰ ਕਦੇ ਰੋਂਦੇ ਹੋਏ ਨਹੀਂ ਦੇਖਿਆ ਸੀ। ਮੈਂ ਉਸ ਨੂੰ ਕਿਹਾ ਕਿ ਜੋ ਕੁਝ ਵੀ ਹੈ ਮੈਨੂੰ ਦੱਸ, ਮੈਂ ਤੇਰੀ ਪਰੇਸ਼ਾਨੀ ਦੂਰ ਕਰ ਦੇਵਾਂਗਾ। ਉਸ ਨੇ ਇੱਕ ਵਾਰ ਮੇਰੇ ਵੱਲ ਦੇਖਿਆ ਤੇ ਕਹਿਣ ਲੱਗੀ, ਤੁਸੀਂ ਮੇਰੇ ਲਈ ਕੁਝ ਨਹੀਂ ਕਰ ਸਕਦੇ। ਜਿਸ ਤਰ੍ਹਾਂ ਚੱਲ ਰਿਹਾ ਹੈ ਉਵੇਂ ਹੀ ਚੱਲੀ ਜਾਣ ਦਿਓ। ਮੈਂ ਤੁਹਾਨੂੰ ਦੱਸ ਕੇ ਆਪਣੇ ਰਿਸ਼ਤੇ ਨੂੰ ਖਰਾਬ ਨਹੀਂ ਕਰਨਾ ਚਾਹੁੰਦੀ। ਨੈਣਾ ਦੀ ਗੱਲ ਸੁਣ ਕੇ ਮੈਂ ਬਹੁਤ ਪਰੇਸ਼ਾਨ ਹੋ ਗਿਆ ਕਿ ਅਜਿਹੀ ਵੀ ਕਿਹੜੀ ਗੱਲ ਹੈ ਜਿਸ ਨਾਲ ਸਾਡਾ ਰਿਸ਼ਤਾ ਖਰਾਬ ਹੋ ਸਕਦਾ ਹੈ। ਮੈਂ ਉਸ ਦਾ ਹੱਥ ਆਪਣੇ ਸਿਰ ਤੇ ਰੱਖਦੇ ਹੋਏ ਕਿਹਾ, ਤੈਨੂੰ ਮੇਰੀ ਕਸਮ, ਸੱਚ-ਸੱਚ ਦੱਸ ਕਿ ਆਖਿਰ ਤੂੰ ਇੰਨਾ ਪਰੇਸ਼ਾਨ ਕਿਉਂ ਰਹਿੰਦੀ ਹੋ? ਉਸ ਨੇ ਰੋਂਦੀ-ਰੋਂਦੀ ਨੇ ਜੋ ਕੁਝ ਵੀ ਮੈਨੂੰ ਕਿਹਾ, ਮੇਰੇ ਤਾਂ ਹੋਸ਼ ਉੱਡ ਗਏ। ਮੈਨੂੰ ਲੱਗਿਆ ਸ਼ਾਇਦ ਮੈਂ ਕੁਝ ਗਲਤ ਸੁਣਿਆ। ਇਸ ਲਈ ਮੈਂ ਇੱਕ ਵਾਰ ਉਸ ਨੂੰ ਕਿਹਾ ਕਿ ਤੈਨੂੰ ਪਤਾ ਕਿ ਤੂੰ ਕੀ ਕਹਿ ਰਹੀ ਏ? ਮੈਂ ਗੁੱਸੇ ਵਿੱਚ ਕਿਹਾ, ਨੈਣਾ ਤੂੰ ਹੋਸ਼ ਵਿੱਚ ਤਾਂ ਹੈ ਕਿ ਤੂੰ ਕਿਹੜੀ ਗੱਲ ਕਰ ਰਹੀ ਹੋ? ਤੂੰ ਕਹਿਣਾ ਤਾਂ ਦੂਰ, ਸੋਚ ਵੀ ਕਿਵੇਂ ਸਕਦੀ ਹੋ? ਨੈਣਾ ਨੇ ਕਿਹਾ, ਜੋ ਕੁਝ ਵੀ ਮੈਂ ਕਹਿ ਰਹੀ ਹਾਂ ਤੁਹਾਡੇ ਪਾਪਾ ਮੇਰੇ ਨਾਲ ਕਰ ਚੁੱਕੇ ਹਨ ਅਤੇ ਤੁਸੀਂ ਮੈਨੂੰ ਹੀ ਚੁੱਪ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਤੁਹਾਨੂੰ ਕੀ ਪਤਾ ਹੈ ਕਿ ਮੈਂ ਇਸ ਘਰ ਵਿੱਚ ਕੀ ਚੱਲ ਰਹੀ ਹਾਂ? ਮੈਂ ਹੁਣ ਤੱਕ ਇਸ ਲਈ ਚੁੱਪ ਸੀ ਕਿਉਂਕਿ ਮੈਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਤੁਸੀਂ ਮੇਰੀਆਂ ਗੱਲਾਂ 'ਤੇ ਵਿਸ਼ਵਾਸ ਨਹੀਂ ਕਰਨਾ। ਪਰ ਜਦੋਂ ਤੁਸੀਂ ਮੈਨੂੰ ਆਪਣੀ ਕਸਮ ਦਿੱਤੀ ਤਾਂ ਮੈਂ ਸਭ ਕੁਝ ਸੱਚ-ਸੱਚ ਦੱਸ ਦਿੱਤਾ। ਉਸ ਦੀਆਂ ਗੱਲਾਂ ਨੇ ਮੇਰੀ ਜ਼ਿੰਦਗੀ ਵਿੱਚ ਹਲਚਲ ਮਚਾ ਕੇ ਰੱਖ ਦਿੱਤੀ ਸੀ। ਮੈਂ ਸੋਚ ਵੀ ਨਹੀਂ ਸਕਦਾ ਸੀ ਕਿ ਉਹ ਮੇਰੇ ਪਿਤਾ ਜੀ ਉੱਪਰ ਅਜਿਹਾ ਇਲਜ਼ਾਮ ਲਾਏਗੀ। ਮੇਰੀ ਪਤਨੀ ਮੈਨੂੰ ਕਹਿ ਰਹੀ ਸੀ ਕਿ ਮੇਰੇ ਪਾਪਾ ਤੁਹਾਡੀ ਗੈਰ ਮੌਜੂਦਗੀ ਵਿੱਚ ਮੇਰੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰਦੇ ਹਨ। ਅਜਿਹਾ ਹੀ ਨਹੀਂ, ਉਹ ਆਪਣੇ ਦੋਸਤਾਂ ਦੇ ਸਾਹਮਣੇ ਵੀ ਮੈਨੂੰ ਆਪਣੀ ਹਵਸ ਦਾ ਨਿਸ਼ਾਨਾ ਬਣਾਉਂਦੇ ਹਨ। ਮੈਨੂੰ ਉਸ ਦੀਆਂ ਗੱਲਾਂ 'ਤੇ ਯਕੀਨ ਨਹੀਂ ਹੋ ਰਿਹਾ ਸੀ
ਕਿ ਮੇਰੇ ਪਿਤਾ ਜੀ ਨੇ ਤਾਂ ਮੇਰੀ ਮਾਂ ਦੇ ਮਰਨ ਤੋਂ ਬਾਅਦ ਦੂਜਾ ਵਿਆਹ ਨਹੀਂ ਕਰਵਾਇਆ ਸੀ, ਆਪਣੀ ਜ਼ਿੰਦਗੀ ਦਾ ਸਾਰਾ ਵਕਤ ਮੇਰੀ ਪਰਵਰਿਸ਼ ਵਿੱਚ ਲਗਾ ਦਿੱਤਾ। ਉਹ ਮੇਰੀ ਪਤਨੀ ਉੱਪਰ ਗਲਤ ਨਿਗਾਹ ਕਿਵੇਂ ਰੱਖ ਸਕਦੇ ਹਨ? ਨੈਣਾ ਨੇ ਰੋਂਦੇ ਹੋਏ ਕਿਹਾ ਕਿ ਇਹੀ ਤਾਂ ਗੱਲ ਹੈ, ਤੇਰੇ ਬਾਪ ਨੇ ਸਾਰੀ ਜ਼ਿੰਦਗੀ ਤਨਹਾ ਗੁਜ਼ਾਰੀ ਹੈ ਅਤੇ ਜਦੋਂ ਇਸ ਘਰ ਵਿੱਚ ਉਹਨਾਂ ਨੂੰ ਔਰਤ ਦਾ ਵਜੂਦ ਮਿਲਿਆ ਤਾਂ ਉਹ ਆਪਣੇ ਆਪ ਤੇ ਕਾਬੂ ਨਹੀਂ ਰੱਖ ਸਕੇ। ਜਦੋਂ ਵੀ ਉਹਨਾਂ ਨੂੰ ਮੌਕਾ ਮਿਲਦਾ ਤਾਂ ਉਹ ਮੇਰੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰਦੇ। ਮੈਂ ਹੁਣ ਅਜਿਹੀ ਜ਼ਿੰਦਗੀ ਨਹੀਂ ਜੀ ਸਕਦੀ, ਕਿਉਂਕਿ ਹੁਣ ਤੱਕ ਤਾਂ ਮੈਂ ਕਿਸੇ ਤਰ੍ਹਾਂ ਆਪਣੀ ਇੱਜ਼ਤ ਬਚਾ ਲਈ ਹੈ, ਪਰ ਅੱਗੇ ਕੀ ਹੋਵੇਗਾ ਮੈਨੂੰ ਨਹੀਂ ਪਤਾ। ਨੈਣਾ ਦੀਆਂ ਗੱਲਾਂ ਨੇ ਮੈਨੂੰ ਹਿਲਾ ਕੇ ਰੱਖ ਦਿੱਤਾ ਸੀ, ਪਰ ਉਸ ਦੀਆਂ ਗੱਲਾਂ ਤੇ ਵਿਸ਼ਵਾਸ ਕਰਕੇ ਮੈਂ ਆਪਣੇ ਬੁੱਢੇ ਬਾਪ ਤੇ ਸ਼ੱਕ ਨਹੀਂ ਕਰ ਸਕਦਾ ਸੀ। ਇਸ ਲਈ ਮੈਂ ਖੁਦ ਹੀ ਸਭ ਕੁਝ ਜਾਣਨ ਦਾ ਫੈਸਲਾ ਕੀਤਾ ਅਤੇ ਅਗਲੇ 2 ਦਿਨਾਂ ਪਿੱਛੋਂ ਮੈਨੂੰ ਘਰ ਵਿੱਚ ਕੈਮਰੇ ਲਾਉਣ ਦਾ ਮੌਕਾ ਮਿਲ ਗਿਆ। ਪਾਪਾ ਆਪਣੇ ਦੋਸਤਾਂ ਦੇ ਕੋਲ ਗਏ ਹੋਏ ਸੀ ਤੇ ਨੈਣਾ ਆਪਣੀ ਮਾਂ ਨੂੰ ਮਿਲਣ ਪੇਕੇ ਗਈ ਹੋਈ ਸੀ। ਮੈਂ ਇਸ ਮੌਕੇ ਦਾ ਫਾਇਦਾ ਉਠਾਇਆ ਅਤੇ ਘਰ ਦੇ ਚਾਰੇ ਪਾਸੇ ਕੈਮਰੇ ਲਗਵਾ ਦਿੱਤੇ। ਇਹ ਕੈਮਰੇ ਲਗਵਾਉਂਦੇ ਹੋਏ ਮੈਨੂੰ ਬਿਲਕੁਲ ਵੀ ਨਹੀਂ ਪਤਾ ਸੀ ਕਿ ਮੈਨੂੰ ਕਿਹੋ ਜਿਹੇ ਭਿਆਨਕ ਮੰਜ਼ਰ ਦੇਖਣ ਨੂੰ ਮਿਲਣਗੇ। ਮੈਂ ਆਪਣੇ ਪਾਪਾ ਤੇ ਬਿਲਕੁਲ ਵੀ ਸ਼ੱਕ ਨਹੀਂ ਕਰਨਾ ਚਾਹੁੰਦਾ ਸੀ, ਪਰ ਅਗਲੇ ਦਿਨ ਮੈਂ ਦਫ਼ਤਰ ਵਿੱਚ ਬੈਠ ਕੇ ਜੋ ਰਿਕਾਰਡਿੰਗ ਦੇਖੀ ਤਾਂ ਮੇਰੇ ਹੋਸ਼ ਉੱਡ ਗਏ। ਰਿਕਾਰਡਿੰਗ ਦੇਖਣ ਤੋਂ ਬਾਅਦ ਮੇਰਾ ਕੰਮ ਕਰਨਾ ਮੁਸ਼ਕਲ ਹੋ ਗਿਆ। ਮੈਂ ਜਲਦੀ ਨਾਲ ਆਪਣੀਆਂ ਫਾਈਲਾਂ ਸਮੇਟੀਆਂ ਅਤੇ ਛੁੱਟੀ ਲੈ ਕੇ ਘਰ ਆ ਗਿਆ। ਰਸਤੇ ਵਿੱਚ ਮੈਂ ਕਿਸ ਸੋਚ ਵਿੱਚ ਗੱਡੀ ਚਲਾਈ ਕਿ ਉੱਪਰ ਵਾਲਾ ਹੀ ਜਾਣਦਾ। ਮੇਰੇ ਦਿਮਾਗ ਵਿੱਚ ਮਾਂ ਦੇ ਮਰਨ ਤੋਂ ਲੈ ਕੇ ਮੇਰੇ ਵਿਆਹ ਤੱਕ ਸਾਰਾ ਮੰਜ਼ਰ ਅੱਖਾਂ ਦੇ ਸਾਹਮਣੇ ਘੁੰਮ ਰਿਹਾ ਸੀ। ਕੈਮਰੇ ਵਿੱਚ ਜੋ ਮੰਜ਼ਰ ਦੇਖਿਆ ਸੀ ਉਸ ਵਿੱਚ ਮੇਰੇ ਪਾਪਾ ਆਪਣੇ ਦੋਸਤਾਂ ਨਾਲ ਸ਼ਤਰੰਜ ਖੇਡ ਰਹੇ ਸੀ। ਸ਼ਾਇਦ ਉਹਨਾਂ ਨੇ ਨੈਣਾ ਨੂੰ ਆਵਾਜ਼ ਦੇ ਕੇ ਬੁਲਾਇਆ ਸੀ। ਰਿਕਾਰਡਿੰਗ ਵਿੱਚ ਆਵਾਜ਼ ਤਾਂ ਨਹੀਂ ਆਈ ਸੀ, ਪਰ ਅਜਿਹਾ ਹੀ ਲੱਗ ਰਿਹਾ ਸੀ। ਜਦੋਂ ਨੈਣਾ ਕੋਲ ਆਈ ਤਾਂ ਨੈਣਾ ਨੂੰ ਬਾਂਹ ਤੋਂ ਫੜ ਕੇ ਖਿੱਚਦੇ ਹੋਏ ਮੇਰੇ ਕਮਰੇ ਵਿੱਚ ਲੈ ਗਏ ਤੇ ਉਸ ਨੂੰ ਬੈੱਡ ਉੱਪਰ ਸੁੱਟ ਦਿੱਤਾ। ਨੈਣਾ ਬੁਰੀ ਤਰ੍ਹਾਂ ਬੈੱਡ ਉੱਪਰ ਡਿੱਗੀ। ਪਾਪਾ ਨੇ ਕਮਰੇ ਦਾ ਦਰਵਾਜ਼ਾ ਲੌਕ ਕੀਤਾ। ਉਹ ਜਿਵੇਂ ਹੀ ਨੈਣਾ ਦੇ ਵੱਲ ਗਏ ਤਾਂ ਉਸ ਦੇ ਅੱਗੇ ਦੇਖਣ ਵਿੱਚ ਮੇਰੀ ਹਿੰਮਤ ਨਹੀਂ ਪਈ। ਮੈਂ ਰਿਕਾਰਡਿੰਗ ਬੰਦ ਕਰ ਦਿੱਤੀ, ਕਿਉਂਕਿ ਮੈਂ ਜਾਣ ਗਿਆ ਸੀ ਕਿ ਮੇਰੇ ਪਿੱਛੇ ਮੇਰੇ ਪਾਪਾ ਮੇਰੀ ਪਤਨੀ ਨਾਲ ਕਿਹੋ ਜਿਹਾ ਸਲੂਕ ਕਰਦੇ ਹਨ। ਮੈਂ ਜਲਦੀ ਨਾਲ ਗੱਡੀ ਲੈ ਕੇ ਘਰ ਪਹੁੰਚ ਗਿਆ। ਪਾਪਾ ਬਰਾਂਡੇ ਵਿੱਚ ਟਹਿਲ ਰਹੇ ਸੀ ਤੇ ਉਹਨਾਂ ਦੇ ਦੋਸਤ ਜਾ ਚੁੱਕੇ ਸੀ। ਪਾਪਾ ਮੈਨੂੰ ਦੇਖਦੇ ਹੀ ਮੇਰੇ ਵੱਲ ਆਏ ਤੇ ਮੈਨੂੰ ਕੁਝ ਕਹਿਣ ਲੱਗੇ। ਮੈਂ ਉਹਨਾਂ ਨੂੰ ਧੱਕਾ ਦੇ ਕੇ ਦੂਰ ਕਰ ਦਿੱਤਾ ਤੇ ਘਰ ਦਾ ਦਰਵਾਜ਼ਾ ਵਜਾਉਣ ਲੱਗਿਆ ਜੋ ਅੰਦਰ ਤੋਂ ਬੰਦ ਸੀ। ਨੈਣਾ ਨੇ ਆਵਾਜ਼ ਸੁਣੀ ਤਾਂ ਦਰਵਾਜ਼ਾ ਖੋਲ੍ਹਿਆ ਤੇ ਮੇਰੇ ਗਲ ਲੱਗ ਕੇ ਉੱਚੀ ਉੱਚੀ ਰੋਣ ਲੱਗੀ। ਮੈਂ ਨਫ਼ਰਤ ਭਰੀ ਨਜ਼ਰ ਨਾਲ ਆਪਣੇ ਬਾਪ ਵੱਲ ਦੇਖਿਆ ਤੇ ਕਿਹਾ, ਮੈਂ ਤੁਹਾਡੇ ਨਾਲ ਹੁਣ ਗੁਜ਼ਾਰਾ ਨਹੀਂ ਕਰ ਸਕਦਾ। ਤੁਹਾਡੀ ਹਿੰਮਤ ਕਿਵੇਂ ਹੋਈ ਮੇਰੀ ਪਤਨੀ ਨਾਲ ਇਹ ਸਭ ਕੁਝ ਕਰਨ ਦੀ? ਮੈਨੂੰ ਤਾਂ ਲੱਗਿਆ ਸੀ ਕਿ ਤੁਸੀਂ ਜਿਵੇਂ ਮੇਰੇ ਬਾਪ ਹੋ ਓਨੇ ਹੀ ਨੈਣਾ ਦੇ ਬਾਪ ਵੀ ਬਣ ਕੇ ਰਹੋਗੇ, ਪਰ ਤੁਸੀਂ ਤਾਂ ਆਪਣੀ ਨੂੰਹ ਨੂੰ ਹੀ ਹਵਸ ਦਾ ਸ਼ਿਕਾਰ ਬਣਾਉਣਾ ਸ਼ੁਰੂ ਕਰ ਦਿੱਤਾ। ਜੇ ਤੁਹਾਡੇ ਜਜ਼ਬਾਤ ਕਾਬੂ ਵਿੱਚ ਨਹੀਂ ਰਹਿੰਦੇ ਸੀ ਤਾਂ ਤੁਸੀਂ ਦੂਜਾ ਵਿਆਹ ਕਰਵਾ ਲੈਂਦੇ। ਮੇਰੀਆਂ ਗੱਲਾਂ ਸੁਣ ਕੇ ਮੇਰੇ ਪਾਪਾ ਹੱਕਾ ਬੱਕਾ ਰਹਿ ਗਏ ਤੇ ਕਹਿਣ ਲੱਗੇ, ਤੂੰ ਇਹ ਕੀ ਕਹਿ ਰਿਹਾ? ਇੱਕ ਵਾਰ ਮੇਰੀ ਗੱਲ ਸੁਣ ਲੈ, ਮੈਂ ਅਜਿਹਾ ਕੁਝ ਨਹੀਂ ਕੀਤਾ। ਮੈਂ ਤਾਂ ਨੈਣਾ ਨੂੰ ਆਪਣੀ ਬੇਟੀ ਮੰਨਦਾ ਹਾਂ, ਪਰ ਉਹ ਮੈਨੂੰ ਆਪਣਾ ਬਾਪ ਮੰਨਣ ਨੂੰ ਤਿਆਰ ਹੀ ਨਹੀਂ। ਮੈਨੂੰ ਪਾਪਾ ਦੀ ਗੱਲ ਤੇ ਗੁੱਸਾ ਆਇਆ ਤੇ ਕਿਹਾ, ਇਹ ਲੜਕੀ ਤੁਹਾਡੀ ਖਾਤਰ ਆਪਣੀ ਨੌਕਰੀ ਕਰੀਅਰ ਛੱਡ ਕੇ ਤੁਹਾਡੀ ਸੇਵਾ ਕਰ ਸਕਦੀ ਹੈ ਤਾਂ ਤੁਹਾਨੂੰ ਬਾਪ ਕਿਉਂ ਨਹੀਂ ਮੰਨੇਗੀ? ਮੈਂ ਪਾਪਾ ਨੂੰ ਕਿਹਾ ਕਿ ਜਾਂ ਤਾਂ ਤੁਸੀਂ ਇਹ ਘਰ ਛੱਡ ਕੇ ਚਲੇ ਜਾਵੋ ਜਾਂ ਮੈਂ ਚਲਿਆ ਜਾਂਦਾ ਹਾਂ। ਪਾਪਾ ਨੇ ਬਿਨਾਂ ਕੁਝ ਕਹੇ ਆਪਣਾ ਸਮਾਨ ਸਮੇਟਿਆ ਅਤੇ ਜਾਂਦੇ ਜਾਂਦੇ ਹੰਝੂ ਭਰੀਆਂ ਅੱਖਾਂ ਨਾਲ ਮੈਨੂੰ ਦੇਖਦੇ ਹੋਏ ਉੱਥੋਂ ਚਲੇ ਗਏ। ਪਾਪਾ ਦਾ ਜਦੋਂ ਪਹਿਲਾ ਕਦਮ ਬਾਹਰ ਨਿਕਲਿਆ ਤਾਂ ਮੇਰਾ ਦਿਲ ਟੁੱਟ ਜਿਹਾ ਗਿਆ, ਕਿਉਂਕਿ ਮੈਂ ਉਹਨਾਂ ਨੂੰ ਬਹੁਤ ਪਿਆਰ ਕਰਦਾ ਸੀ। ਪਰ ਜੋ ਕੁਝ ਵੀ ਹੋ ਰਿਹਾ ਸੀ
ਹੁਣ ਸਾਡਾ ਇੱਕ ਛੱਤ ਥੱਲੇ ਰਹਿਣਾ ਨਾਮੁਮਕਿਨ ਸੀ। ਪਾਪਾ ਘਰ ਤੋਂ ਚਲੇ ਗਏ, ਪਰ ਜਾਂਦੇ ਜਾਂਦੇ ਮੇਰਾ ਸਕੂਨ ਲੈ ਗਏ। ਮੈਂ ਸਾਰਾ ਦਿਨ ਉਹਨਾਂ ਬਾਰੇ ਸੋਚਦਾ ਰਹਿੰਦਾ ਕਿ ਜੇ ਉਹ ਇਹੋ ਜਿਹੀ ਹਰਕਤ ਨਾ ਕਰਦੇ ਤਾਂ ਸਾਡੇ ਨਾਲ ਹੁੰਦੇ। ਦਿਨ ਬੀਤਦੇ ਗਏ ਤੇ ਨੈਣਾ ਪ੍ਰੈਗਨੈਂਟ ਹੋ ਗਈ। ਪਤਾ ਨਹੀਂ ਕੁਝ ਕਾਰਨਾਂ ਕਰਕੇ ਉਸਦਾ ਮਿਸਗੈਰੇਜ ਹੋ ਗਿਆ। ਨੈਣਾ ਸਾਰਾ ਦਿਨ ਰੋਂਦੀ ਰਹਿੰਦੀ। ਉਸ ਤੋਂ ਬਾਅਦ ਸਾਡੇ ਬੱਚਾ ਹੀ ਨਾ ਹੋਇਆ। ਮੈਨੂੰ ਮੇਰੇ ਪਾਪਾ ਦੀ ਬੜੀ ਯਾਦ ਆਉਂਦੀ। ਇਹ ਪਤਾ ਨਹੀਂ ਉਹ ਕਿਸ ਹਾਲ ਵਿੱਚ ਹੋਣਗੇ। ਤੇ ਇੱਧਰ ਨੈਣਾ ਵੀ ਸਾਰਾ ਦਿਨ ਬੁਝੀ ਰਹਿੰਦੀ। ਮੈਂ ਸੋਚਦਾ ਕਿ ਜੇ ਮੇਰੇ ਪਾਪਾ ਨਾਲ ਹੁੰਦੇ ਤਾਂ ਸ਼ਾਇਦ ਸਾਨੂੰ ਇਹ ਦੁੱਖ ਘੱਟ ਲੱਗਦਾ ਕਿ ਅਸੀਂ ਮਾਂ-ਬਾਪ ਨਹੀਂ ਬਣ ਸਕਦੇ। ਇੱਕ ਦਿਨ ਨੈਣਾ ਕਮਰੇ ਵਿੱਚ ਬੈਠੀ ਰੋ ਰਹੀ ਸੀ ਤੇ ਮੈਂ ਉਸ ਨੂੰ ਪੁੱਛਿਆ ਕਿ ਸੱਚ-ਸੱਚ ਦੱਸ, ਉਸ ਦਿਨ ਪਾਪਾ ਨਾਲ ਕੀ ਹੋਇਆ ਸੀ, ਕਿਉਂਕਿ ਮੇਰੇ ਤੋਂ ਉਹ ਰਿਕਾਰਡਿੰਗ ਡਿਲੀਟ ਹੋ ਗਈ ਸੀ। ਮੈਂ ਕਿਹਾ, ਜੋ ਕੁਝ ਆਪਣੇ ਨਾਲ ਹੋ ਰਿਹਾ, ਕਿਤੇ ਆਪਾਂ ਪਾਪਾ ਨਾਲ ਕੁਝ ਗਲਤ ਤਾਂ ਨਹੀਂ ਕੀਤਾ ਜਿਸ ਦੀ ਆਪਾਂ ਨੂੰ ਸਜ਼ਾ ਮਿਲ ਰਹੀ ਹੋਵੇ। ਉਸ ਦੇ ਬਾਅਦ ਨੈਣਾ ਨੇ ਮੈਨੂੰ ਰੋਂਦੇ ਹੋਏ ਦੱਸਣਾ ਸ਼ੁਰੂ ਕੀਤਾ ਕਿ ਜਦੋਂ ਦਾ ਮੈਂ ਵਿਆਹ ਕੇ ਆਈ ਸੀ ਉਦੋਂ ਦੇ ਹੀ ਪਾਪਾ ਮੈਨੂੰ ਖਟਕ ਰਹੇ ਸੀ। ਮੈਂ ਉਹਨਾਂ ਨਾਲ ਰਹਿਣਾ ਨਹੀਂ ਚਾਹੁੰਦੀ ਸੀ। ਜੇ ਇਹ ਗੱਲ ਮੈਂ ਤੁਹਾਨੂੰ ਸਿੱਧੇ ਤਰੀਕੇ ਨਾਲ ਦੱਸਦੀ ਤਾਂ ਤੁਸੀਂ ਮੈਨੂੰ ਘਰੋਂ ਕੱਢ ਦਿੰਦੇ। ਇਸ ਲਈ ਪਾਪਾ ਨੂੰ ਘਰੋਂ ਕੱਢਣ ਦਾ ਦੂਜਾ ਰਸਤਾ ਅਪਣਾਇਆ। ਜਾਣ ਬੁੱਝ ਕੇ ਮੈਂ ਤੁਹਾਡੇ ਸਾਹਮਣੇ ਇੱਕ ਵਧੀਆ ਪਤਨੀ ਅਤੇ ਵਧੀਆ ਬਹੂ ਦਾ ਡਰਾਮਾ ਕੀਤਾ ਅਤੇ ਤੁਹਾਡੇ ਪਿੱਛੇ ਮੈਂ ਪਾਪਾ ਨੂੰ ਤਕਲੀਫ ਪਹੁੰਚਾਉਣ ਦਾ ਕੋਈ ਮੌਕਾ ਨਹੀਂ ਛੱਡਦੀ ਸੀ। ਪਰ ਪਾਪਾ ਨੇ ਤੁਹਾਡੇ ਕੋਲੋਂ ਕਦੇ ਮੇਰੀ ਸ਼ਿਕਾਇਤ ਨਹੀਂ ਕੀਤੀ ਤੇ ਮੈਂ ਤੁਹਾਡੇ ਸਾਹਮਣੇ ਸ਼ਿਕਾਇਤਾਂ ਕਰਦੀ ਰਹਿੰਦੀ ਸੀ। ਮੈਨੂੰ ਪਾਪਾ ਦੇ ਦੋਸਤਾਂ ਦਾ ਆਉਣਾ ਵੀ ਪਸੰਦ ਨਹੀਂ ਸੀ। ਮੈਂ ਬਗੈਰ ਦੁਪੱਟੇ ਦੇ ਹੀ ਪਾਪਾ ਦੇ ਦੋਸਤਾਂ ਦੇ ਸਾਹਮਣੇ ਪਹੁੰਚ ਜਾਇਆ ਕਰਦੀ। ਹੁਣ ਮੈਨੂੰ ਸਮਝ ਆਇਆ ਕਿ ਜਿੱਦਣ ਮੈਂ ਰਿਕਾਰਡਿੰਗ ਦੇਖੀ ਸੀ ਉਸ ਦਿਨ ਵੀ ਨੈਣਾ ਦੇ ਦੁਪੱਟਾ ਨਹੀਂ ਸੀ। ਜਦੋਂ ਪਾਪਾ ਨੇ ਆਵਾਜ਼ ਦਿੱਤੀ ਤਾਂ ਬਿਨਾਂ ਦੁਪੱਟੇ ਦੇ ਨੈਣਾ ਉਹਨਾਂ ਦੇ ਅੰਦਰ ਚਲੀ ਗਈ। ਪਾਪਾ ਨੇ ਕਿਹਾ, ਚਾਹ ਬਣਾ ਦਿਓ, ਤਾਂ ਬੋਲੀ, ਮੈਂ ਤੁਹਾਡੀ ਨੌਕਰ ਨਹੀਂ ਹਾਂ। ਇਹ ਗੱਲ ਪਾਪਾ ਨੂੰ ਆਪਣੇ ਦੋਸਤਾਂ ਦੇ ਸਾਹਮਣੇ ਬਰਦਾਸ਼ਤ ਨਹੀਂ ਹੋਈ ਤੇ ਉਹ ਨੈਣਾ ਦਾ ਹੱਥ ਫੜ ਕੇ ਕਮਰੇ ਵਿੱਚ ਲੈ ਗਏ। ਮਜਬੂਰਨ ਉਹਨਾਂ ਨੇ ਦਰਵਾਜ਼ਾ ਲੌਕ ਕੀਤਾ ਕਿ ਪਿੱਛੇ ਉਹਨਾਂ ਦਾ ਕੋਈ ਦੋਸਤ ਨਾ ਆ ਜਾਵੇ ਅਤੇ ਉਹਨਾਂ ਨੇ ਨੈਣਾ ਦੇ ਅੱਗੇ ਹੱਥ ਜੋੜ ਕੇ ਕਿਹਾ ਕਿ ਮੇਰੇ ਦੋਸਤਾਂ ਦੇ ਸਾਹਮਣੇ ਤਾਂ ਘੱਟ ਤੋਂ ਘੱਟ ਮੈਨੂੰ ਇੱਜ਼ਤ ਦੇ ਦਿਆ ਕਰ। ਜਦੋਂ ਮੈਂ ਦਫ਼ਤਰੋਂ ਆਇਆ ਤਾਂ ਨੈਣਾ ਮੇਰੇ ਸਾਹਮਣੇ ਰੋਣ ਦਾ ਨਾਟਕ ਕਰਨ ਲੱਗੀ। ਮੈਨੂੰ ਯਾਦ ਹੈ ਕਿ ਪਾਪਾ ਉਸ ਦਿਨ ਮੈਨੂੰ ਕੁਝ ਕਹਿਣਾ ਚਾਹੁੰਦੇ ਸੀ, ਪਰ ਮੈਂ ਉਹਨਾਂ ਨੂੰ ਮੌਕਾ ਹੀ ਨਹੀਂ ਦਿੱਤਾ ਅਤੇ ਘਰੋਂ ਕੱਢ ਦਿੱਤਾ। ਨੈਣਾ ਮੇਰੇ ਤੋਂ ਮਾफ़ੀ ਮੰਗ ਰਹੀ ਸੀ ਤੇ ਉਸ ਨੂੰ ਯਕੀਨ ਸੀ ਕਿ ਜੋ ਕੁਝ ਵੀ ਹੁਣ ਨੈਣਾ ਨਾਲ ਗਲਤ ਹੋ ਰਿਹਾ ਸੀ ਉਹ ਪਾਪਾ ਦੀ ਵਜ੍ਹਾ ਕਰਕੇ ਹੀ ਸੀ, ਕਿਉਂਕਿ ਨੈਣਾ ਨੇ ਪਾਪਾ ਨਾਲ ਬਹੁਤ ਗਲਤ ਕੀਤਾ ਸੀ। ਮੈਂ ਨੈਣਾ ਨੂੰ ਕਿਹਾ ਕਿ ਇਹ ਗਲਤੀ ਤੈਨੂੰ ਮੇਰੇ ਕੋਲੋਂ ਨਹੀਂ ਬਲਕਿ ਮੇਰੇ ਪਾਪਾ ਤੋਂ ਮੰਗਣੀ ਚਾਹੀਦੀ ਹੈ, ਕਿਉਂਕਿ ਇਹ ਸਭ ਵਿੱਚ ਤਾਂ ਮੈਂ ਵੀ ਖੁਦ ਗੁਨਾਹਗਾਰ ਸੀ। ਮੈਂ ਪਾਪਾ ਦੇ ਦੋਸਤਾਂ ਤੋਂ ਪੁੱਛਿਆ ਕਿ ਪਾਪਾ ਕਿੱਥੇ ਹਨ ਤਾਂ ਉਹਨਾਂ ਨੇ ਮੈਨੂੰ ਦੱਸਿਆ ਕਿ ਉਹ ਆਪਣੇ ਇੱਕ ਦੋਸਤ ਦੇ ਨਾਲ ਉਹਨਾਂ ਦੇ ਘਰ ਵਿੱਚ ਰਹਿ ਰਹੇ ਹਨ। ਮੈਂ ਨੈਣਾ ਨੂੰ ਨਾਲ ਲਿਜਾ ਕੇ ਪਾਪਾ ਦੇ ਕੋਲ ਪਹੁੰਚ ਗਿਆ ਤੇ ਉਹਨਾਂ ਦੇ ਕਦਮਾਂ ਵਿੱਚ ਡਿੱਗ ਗਿਆ। ਆਪਣੇ ਗੁਨਾਹਾਂ ਦੀ ਮਾफ़ੀ ਮੰਗੀ, ਕਿਉਂਕਿ ਪਾਪਾ ਦੇ ਜਾਣ ਤੋਂ ਬਾਅਦ ਘਰ ਵਿੱਚ ਬਰਕਤ ਹੀ ਖਤਮ ਹੋ ਗਈ ਸੀ। ਪਰੇਸ਼ਾਨੀਆਂ ਨੇ ਘਰ ਦਾ ਰਸਤਾ ਦੇਖ ਲਿਆ ਸੀ। ਪਾਪਾ ਆਖਿਰ ਮੇਰੇ ਬਾਪ ਸੀ। ਉਹ ਕਦੋਂ ਤੱਕ ਮੇਰੇ ਨਾਲ ਨਾਰਾਜ਼ ਰਹਿੰਦੇ। ਉਹਨਾਂ ਨੇ ਸਾਨੂੰ ਦਿਲ ਤੋਂ ਮਾफ़ ਕਰ ਦਿੱਤਾ ਅਤੇ ਘਰ ਵਾਪਸ ਆ ਗਏ। ਸੋ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਜੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ। ਜੇ ਚੈਨਲ ਤੇ ਪਹਿਲੀ ਵਾਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ। ਮਿਲਦੇ ਹਾਂ ਨਵੀਂ ਕਹਾਣੀ ਦੇ ਨਾਲ। ਤਦ ਤੱਕ ਸਤਿ ਸ਼੍ਰੀ ਅਕਾਲ।